यूनीफॉर्म सिविल कोड ਨੂੰ ਆਪ ਦਾ ਸਮਰਥਨ। ਪੰਜਾਬ ਤੋਂ ਰਾਜ ਸਭਾ ਮੈਂਬਰ ਸੰਦੀਪ ਪਾਠਕ ਬੋਲੇ, यूसीसी ਨੂੰ ਸਿਧਾਂਤਕ ਸਮਰਥਨ ਪਰ ਸਾਰਿਆਂ ਦੀ ਸਹਿਮਤੀ ਨਾਲ ਹੀ ਹੋਵੇ ਲਾਗੂ। ਵਿਰੋਧ ਦੇ ਵਿਚਾਲੇ ਗਵਰਨਰ ਦੇ ਕੋਲ ਪੁੱਜਿਆ ਸਿੱਖ ਗੁਰਦੁਆਰਾ ਸੋਧ ਬਿੱਲ। ਸਰਕਾਰ ਨੂੰ ਰਾਜਪਾਲ ਦੀ ਮਨਜ਼ੂਰੀ ਦਾ ਇੰਤਜ਼ਾਰ। ਪੰਜਾਬ ਪੁਲਿਸ ਸੋਧ ਬਿੱਲ ਵੀ ਭੇਜਿਆ। केंद्रीय गृह मंत्री अमित शाह ਨੂੰ ਮਿਲੇਗਾ एजीपीसी ਦਾ ਵਫਦ। ਸ਼੍ਰੋਮਣੀ ਕਮੇਟੀ ਨੇ ਮੁਲਾਕਾਤ ਦੇ ਲਈ ਮੰਗਿਆ ਸਮਾਂ। ਸਿੱਖ ਗੁਰਦੁਆਰਾ ਸੋਧ ਬਿੱਲ ਦੇ ਮਸਲੇ ਤੇ ਹੋਵੇਗੀ ਚਰਚਾ। ਪੰਜਾਬ ਭਰ ਦੇ ਵਿੱਚ ਮੁੜ ਤੋਂ ਹੜਤਾਲ ਤੇ ਜਾਣਗੇ ਡੀਸੀ ਦਫ਼ਤਰਾਂ ਦੇ ਮੁਲਾਜ਼ਮ। 10 ਜੁਲਾਈ ਤੋਂ 12 ਜੁਲਾਈ ਤੱਕ ਕਰਨਗੇ ਪੈਨ ਡਾਊਨ ਸਟ੍ਰਾਈਕ। ਮੰਨੀਆਂ ਮੰਗਾਂ ਪੂਰੀਆਂ ਨਾ ਕਰਨ ਤੇ ਵਿਰੋਧ। ਵਰਲਡ ਕੱਪ ਦੇ ਵਿੱਚ ਮੋਹਾਲੀ ਸਟੇਡੀਅਮ ਨੂੰ ਬਾਹਰ ਰੱਖਣ ਤੇ ਪੱਖੀ ਸਿਆਸਤ ਦੇ ਵਿਚਾਲੇ BCCI ਦੀ ਸਫਾਈ। ਰਾਜੀਵ ਸ਼ੁਕਲਾ ਬੋਲੇ, ਮਾਪਦੰਡਾਂ ਤੇ ਖਰਾ ਨਹੀਂ ਸੀ ਸਟੇਡੀਅਮ। ਮੋਹਾਲੀ ਦੇ ਵਿੱਚ ਬਾਈਲੈਟਰਲ ਸੀਰੀਜ਼ ਦੇ ਹੋਣਗੇ ਮੈਚ। ਕਾਂਗਰਸ ਸਾਂਸਦ ਰਮਨੀਤ ਬਿੱਟੂ ਤੇ ਆਪ ਵਿਧਾਇਕ ਗੁਰਪ੍ਰੀਤ ਗੋਗੀ ਦੇ ਵਿਚਾਲੇ ਛਿੜੀ ਜ਼ਬਾਨੀ ਜੰਗ। ਗੋਗੀ ਦਾ ਬਿੱਟੂ ਤੇ ਲੁਧਿਆਣਾ ਦੇ ਵਿੱਚ ਸਰਕਾਰੀ ਕੋਠੀ ਦੱਬਣ ਦਾ ਇਲਜ਼ਾਮ ਤਾਂ ਬਿੱਟੂ ਦਾ ਪਲਟਵਾਰ। ਬੋਲੇ, ਕੋਠੀਆਂ ਕਬਜ਼ਾਉਣ ਦਾ ਆਪ ਵਿਧਾਇਕਾਂ ਦੇ ਵਿੱਚ ਹੈ ਟ੍ਰੈਂਡ। महाराष्ट्र के पुणे ਦੇ ਵਿੱਚ ਵੀ ਦਿੱਲੀ ਵਰਗੀ ਵਾਰਦਾਤ। ਸੜਕ ਦੇ ਵਿਚਾਲੇ ਦਿਨ ਦਿਹਾੜੇ ਲੜਕੀ ਤੇ ਦਾਤਰ ਦੇ ਨਾਲ ਹਮਲਾ। ਰਾਹਗੀਰਾਂ ਨੇ ਬਚਾਈ ਜਾਨ, ਲੜਕੀ ਗੰਭੀਰ ਜ਼ਖਮੀ। ਜਲੰਧਰ ਦੇ ਭੋਗਪੁਰ ਦੇ ਵਿੱਚ ਚਾਹ ਦੇ ਰੈਸਟੋਰੈਂਟ ਤੇ ਜ਼ਬਰਦਸਤ ਹੰਗਾਮਾ। ਕੁਝ ਨੌਜਵਾਨਾਂ ਨੇ ਰੈਸਟੋਰੈਂਟ ਮਾਲਕ ਦੀ ਬੁਰੀ ਤਰ੍ਹਾਂ ਕੀਤੀ ਕੁੱਟਮਾਰ। ਰੈਸਟੋਰੈਂਟ ਦੇ ਅੰਦਰ ਵੀ ਕੀਤੀ ਭੰਨਤੋੜ। ਤਨਖਾਹ ਦੇ ਪੈਸੇ ਨੂੰ ਲੈ ਕੇ ਹੋਇਆ ਵਿਵਾਦ। ਮਲੋਟ ਦੇ ਵਿੱਚ ਕੈਬਨਿਟ ਮੰਤਰੀ ਬਲਜੀਤ ਕੌਰ ਦੀ ਕੋਠੀ ਦੇ ਸਾਹਮਣੇ ਘਰ ਦੇ ਵਿੱਚ ਚੋਰੀ। ਦਿਨ ਦਿਹਾੜੇ ਲੋਹੇ ਦਾ ਗੇਟ ਪੁੱਟ ਕੇ ਲੈ ਗਏ ਚੋਰ। ਆਟੋ ਦੇ ਵਿੱਚ ਗੇਟ ਲਿਜਾਂਦੇ CCTV ਦੇ ਵਿੱਚ ਹੋਏ ਕੈਦ। ਬਰਨਾਲਾ ਦੇ ਵਿੱਚ ਪੈਨਸ਼ਨਰਾਂ ਨੇ ਕੈਬਨਿਟ ਮੰਤਰੀ ਮੀਤ ਹੇਰ ਦੀ ਰਿਹਾਇਸ਼ ਬਾਹਰ ਲਾਇਆ ਧਰਨਾ। ਪੈਨਸ਼ਨ ਤੇ 200 ਰੁਪਏ ਡਿਵੈਲਪਮੈਂਟ ਟੈਕਸ ਲਾਉਣ ਦਾ ਕਰ ਰਹੇ ਨੇ ਵਿਰੋਧ। ਸਰਕਾਰ ਤੇ ਵਾਅਦਾ ਖਿਲਾਫੀ ਦਾ ਲਗਾਇਆ ਇਲਜ਼ਾਮ। सत श्री अकाल, तुसीं वेख रहे हो न्यूज़ 18 पंजाब हरियाणा। मैं परमिंदर सिंह तेजा। सारे दर्शकों का बुलेटिन स्वागत है। शुरुआत करांगे वड्डी खबर तो। यूनीफॉर्म सिविल कोड ਨੂੰ ਆਮ ਆਦਮੀ ਪਾਰਟੀ ਦੇ ਵੱਲੋਂ ਸਮਰਥਨ ਦਿੱਤਾ ਗਿਆ। ਪੰਜਾਬ ਤੋਂ ਰਾਜ ਸਭਾ ਮੈਂਬਰ ਸੰਦੀਪ ਪਾਠਕ ਦਾ ਬਿਆਨ ਸਾਹਮਣੇ ਆਇਆ। ਸਾਰਿਆਂ ਦੀ ਸਹਿਮਤੀ ਦੇ ਨਾਲ ਹੀ ਇਹ ਸਿਵਲ ਕੋਡ ਲਾਗੂ ਹੋਵੇ। ਸੰਦੀਪ ਪਾਠਕ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ। UCC ਨੂੰ ਸਿਧਾਂਤਕ ਤੌਰ ਤੇ ਸਮਰਥਨ ਹੈ। ਸੰਦੀਪ ਪਾਠਕ ਵੱਲੋਂ ਕਿਹਾ ਗਿਆ ਹੈ ਕਿ ਸਿਵਲ ਕੋਡ ਨੂੰ ਸਿਧਾਂਤਕ ਤੌਰ ਤੇ ਸਮਰਥਨ ਹੈ। UCC ਦੇ ਮੁੱਦੇ ਤੇ ਸਾਰੀਆਂ ਪਾਰਟੀਆਂ ਦੇ ਨਾਲ ਚਰਚਾ ਕੀਤੀ ਜਾਵੇ। ਸੋ यूनीफॉर्म सिविल कोड ਨੂੰ ਆਮ ਆਦਮੀ ਪਾਰਟੀ ਦੇ ਵੱਲੋਂ ਸਮਰਥਨ ਦਿੱਤਾ ਗਿਆ। ਪੰਜਾਬ ਤੋਂ ਰਾਜ ਸਭਾ ਦੇ ਮੈਂਬਰ ਸੰਦੀਪ ਪਾਠਕ ਦਾ ਇਸ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ। ਸੰਦੀਪ ਪਾਠਕ ਨੇ ਕਿਹਾ ਕਿ ਸਾਰਿਆਂ ਦੀ ਸਹਿਮਤੀ ਦੇ ਨਾਲ ਹੀ यूनीफॉर्म सिविल कोड ਲਾਗੂ ਹੋਵੇ। ਇਸ ਕੋਡ ਨੂੰ ਸਿਧਾਂਤਕ ਤੌਰ ਤੇ ਸਮਰਥਨ ਹੈ, ਪਰ ਨਾਲ ਹੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ यूनीफॉर्म सिविल कोड ਦੇ ਮੁੱਦੇ ਤੇ ਸਾਰੀਆਂ ਪਾਰਟੀਆਂ ਦੇ ਨਾਲ ਚਰਚਾ ਕੀਤੀ ਜਾਵੇ। ਸਾਰੀਆਂ ਪਾਰਟੀਆਂ ਦਾ ਪੱਖ ਜਾਣ ਕੇ ਸਾਰੀਆਂ ਪਾਰਟੀਆਂ ਦੇ ਨਾਲ ਚਰਚਾ ਕਰਕੇ ਹੀ ਇਸ ਨੂੰ ਲਾਗੂ ਕੀਤਾ ਜਾਵੇ। ਆਮ ਆਦਮੀ ਪਾਰਟੀ ਦੇ ਜਿਹੜੇ ਰਾਜ ਸਭਾ ਮੈਂਬਰ ਨੇ ਸੰਦੀਪ ਪਾਠਕ, ਉਹਨਾਂ ਦਾ ਇਹ ਵੱਡਾ ਬਿਆਨ ਸਾਹਮਣੇ ਆਇਆ। ਸਾਰਿਆਂ ਦੀ ਸਹਿਮਤੀ ਦੇ ਨਾਲ ਹੀ UCC ਨੂੰ ਲਾਗੂ ਕੀਤਾ ਜਾਵੇ। ਸਿਧਾਂਤਕ ਤੌਰ ਤੇ ਸਮਰਥਨ ਹੈ, ਪਰ ਨਾਲ ਹੀ ਕਿਹਾ ਗਿਆ ਕਿ यूनीफॉर्म सिविल कोड ਦੇ ਮੁੱਦੇ ਤੇ ਸਾਰੀਆਂ ਪਾਰਟੀਆਂ ਦੇ ਨਾਲ ਚਰਚਾ ਕੀਤੀ ਜਾਵੇ। ਸਾਰੀਆਂ ਪਾਰਟੀਆਂ ਦਾ ਪੱਖ ਜਾਣ ਕੇ ਇਸ ਨੂੰ ਲਾਗੂ ਕੀਤਾ ਜਾਵੇ। देखिए, सैद्धांतिक रूप से हम इसके समर्थन में हैं। आर्टिकल 44 भी इसका समर्थन करती है कि देश में UCC होनी चाहिए। लेकिन चूंकि यह मुद्दा ऐसा है जिसमें कि सभी धर्म संप्रदाय से जुड़ा हुआ है, इसलिए हम ये चाहते हैं कि इस मुद्दे के लिए वाइडर कंसल्टेशन हो, लार्ज स्केल पर बातचीत हो, सभी धर्म से, सभी संप्रदाय से, सभी राजनीतिक दलों से। कुछ मुद्दे ऐसे होते हैं जो आने वाले समय पर आप रिवर्स नहीं कर सकते। कुछ मुद्दे ऐसे होते हैं जो देश के लिए बहुत मूलभूत होते हैं। ऐसे मूलभूत मुद्दों पर अथॉरिटेरियन तरीके से जाना वो ठीक नहीं होगा। तो वाइडर कंसल्टेशन की ज़रूरत है। सबसे बातचीत करके कंसेंसस बिल्ड करनी चाहिए इस पर, यह हमारा मानना है। इसमें सभी पार्टी के समर्थन में, अगर सबसे बातचीत करके इसे लागू किया जाता है, हम सैद्धांतिक रूप से इसके समर्थन में है, लेकिन इसके एग्जीक्यूशन या इसको इम्प्लीमेंट करने का तरीका कंसेंसस है। बिना कंसेंसस आप ऐसी चीज लागू नहीं कर सकते जिसमें बहुत सारे लोग आपसे दुखी और नाराज हो जाए।
आदमी पार्टी इसके समर्थन में अगर सबसे बातचीत करके इसे लागू किया जाता है? हम सैद्धांतिक रूप से इसके समर्थन में है, लेकिन इसके एग्जीक्यूशन या इसको इम्प्लीमेंट करने का तरीका कंसेंसस है। बिना कंसेंसस आप ऐसी चीज लागू नहीं कर सकते जिसमें बहुत सारे लोग आपसे दुखी और नाराज हो जाए। तो ਸਾਡੇ ਨਾਲ ਬੀਜੇਪੀ ਆਗੂ ਅਰਜੀਤ ਗਰੇਵਾਲ ਜੁੜ ਚੁੱਕੇ ਨੇ। ਗਰੇਵਾਲ ਸਾਹਿਬ, ਤੁਹਾਡਾ ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਯੂਨੀਫਾਰਮ ਸਿਵਲ ਕੋਡ ਨੂੰ ਆਮ ਆਦਮੀ ਪਾਰਟੀ ਦੇ ਵੱਲੋਂ ਸਮਰਥਨ ਦਿੱਤਾ ਗਿਆ ਹੈ। ਜਿਹੜੇ ਪੰਜਾਬ ਤੋਂ ਰਾਜ ਸਭਾ ਮੈਂਬਰ ਨੇ ਸੰਦੀਪ ਪਾਠਕ, ਉਹਨਾਂ ਦਾ ਵੱਡਾ ਬਿਆਨ ਸਾਹਮਣੇ ਆਉਂਦਾ, ਕਹਿਣਾ ਹੈ ਕਿ ਸਾਰਿਆਂ ਦੀ ਸਹਿਮਤੀ ਦੇ ਨਾਲ ਯੂਨੀਫਾਰਮ ਸਿਵਲ ਕੋਡ ਨੂੰ ਲਾਗੂ ਕੀਤਾ ਜਾਵੇ। ਬਿਲਕੁਲ, ਜਿਨ੍ਹਾਂ ਦੀ ਸੋਚ ਅੱਛੀ ਆ, ਜਿਹੜੇ ਲੋਕ ਦੇਸ਼ ਦੇ ਹਿੱਤ 'ਚ ਨੇ, ਉਹ ਇਸ ਕੋਡ ਦੇ ਲਈ, ਕਿਉਂਕਿ ਸਾਡੇ ਸੰਵਿਧਾਨ ਦੇ ਅੰਦਰ ਵੀ ਮੂਲ ਇਹੀ ਹੈ ਕਿ ਸਾਰਿਆਂ ਨੂੰ ਸਮਾਨ ਅਧਿਕਾਰ ਜਿਹੜੇ ਆ ਹੋਣੇ ਚਾਹੀਦੇ ਆ, ਤੇ ਉਹਨਾਂ ਨੇ ਵੀ ਕੀਤਾ। ਉਹਨਾਂ ਦਾ ਵੀ ਸਵਾਗਤ ਆ, ਧੰਨਵਾਦ ਵੀ ਕਰਦੇ ਆ। ਉਹਨਾਂ ਦੀ ਸੋਚ ਜਿਹੜੀ ਆ ਉਹਨਾਂ ਨੇ ਠੀਕ ਸਾਬਤ ਹੋਈ ਆ, ਤੇ ਮੈਂ ਸਮਝਦਾ ਇਹ ਬਾਕੀਆਂ ਨੂੰ ਵੀ ਸੁਧਰਨਾ ਚਾਹੀਦਾ। ਇਹ ਕਾਂਗਰਸ ਜਿਹੜੀ ਆ ਹਮੇਸ਼ਾ ਹੀ ਐਂਟੀ ਨੈਸ਼ਨਲ ਗੱਲ ਕਰਦੇ ਆ। ਇਹ ਕਿਉਂ ਕਰਦੇ ਆ? ਸੱਤਾ ਤੋਂ ਬਾਹਰ ਹੋ ਗਏ, ਇਸ ਕਰਕੇ। ਸੱਤਾ ਤਾਂ ਲੋਕਾਂ ਨੇ ਦੇਣੀ ਹੁੰਦੀ ਹੈ। ਇਹ ਇਹਨਾਂ ਨੇ ਕੀਤਾ ਹੈਗਾ, ਬਹੁਤ ਇਹਨਾਂ ਦਾ ਸਵਾਗਤ ਆ। ਆਮ ਆਦਮੀ ਪਾਰਟੀ ਦਾ ਬੜੀ ਅੱਛੀ ਸੋਚ ਹੈ ਇਹ, ਬਾਕੀਆਂ ਨੂੰ ਵੀ ਇਸ ਤਰ੍ਹਾਂ ਹੀ ਕਰਨਾ ਚਾਹੀਦਾ। ਗਰੇਵਾਲ ਸਾਹਿਬ, ਸੰਦੀਪ ਪਾਠਕ ਜੀ ਨੇ ਨਾਲ ਇਹ ਵੀ ਕਿਹਾ ਹੈ ਕਿ ਯੂਨੀਫਾਰਮ ਸਿਵਲ ਕੋਡ ਦੇ ਮੁੱਦੇ ਤੇ ਸਾਰੀਆਂ ਪਾਰਟੀਆਂ ਦੇ ਨਾਲ ਚਰਚਾ ਕੀਤੀ ਜਾਵੇ, ਹਰ ਪਾਰਟੀ ਦਾ ਪੱਖ ਪਹਿਲਾਂ ਜਾਣਿਆ ਜਾਵੇ। ਹਾਂ, ਉਹ ਤਾਂ ਪ੍ਰਧਾਨ ਮੰਤਰੀ ਜੀ ਨੇ ਰਾਏ ਮੰਗੀ ਆ ਸਭ ਦੀ, ਵੈਸੇ ਵੀ ਕਰਨਗੇ, ਐਸੀ ਕੋਈ ਗੱਲ ਨਹੀਂ ਹੈ। ਉਹ ਤਾਂ ਚਰਚਾ ਕਰਕੇ ਹੀ ਤਾਂ ਹੋਣਾ। ਉਸ ਤੋਂ ਪਹਿਲਾਂ ਤਾਂ ਸਰਕਾਰ ਬਿੱਲ ਨਹੀਂ ਰੱਖਣ ਜਾ ਰਹੀ, ਤੇ ਸਾਰਿਆਂ ਨਾਲ ਚਰਚਾ ਹੋਏਗੀ। ਮੈਂ ਤਾਂ ਇਹ ਚਾਹੁੰਦਾ ਕਿ ਇਸ ਬਿੱਲ ਨੂੰ ਵੀ ਪ੍ਰਾਈਵੇਟ ਬਿੱਲ ਦੇ ਨਾਤੇ ਆਮ ਆਦਮੀ ਪਾਰਟੀ ਰੱਖ ਦੇਵੇ, ਉਹ ਵੀ ਅੱਛੀ ਗੱਲ ਆ। ਉਹ ਚਰਚਾ ਕਰ ਲੈਣੇ ਤਾਂ ਇੱਕ ਅੱਛੀ ਚੀਜ਼ ਆ ਜਿਹੜੀ ਕਰਨੀ ਚਾਹੀਦੀ ਹੈ। ਠੀਕ ਹੈ ਗਰੇਵਾਲ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ। ਸੋ ਯੂਨੀਫਾਰਮ ਸਿਵਲ ਕੋਡ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵੱਲੋਂ ਸਮਰਥਨ ਦਿੱਤਾ ਗਿਆ। ਪੰਜਾਬ ਤੋਂ ਰਾਜ ਸਭਾ ਮੈਂਬਰ ਸੰਦੀਪ ਪਾਠਕ ਨੇ ਇਸ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ। ਉਹਨਾਂ ਦਾ ਕਹਿਣਾ ਹੈ ਕਿ ਸਾਰਿਆਂ ਦੀ ਸਹਿਮਤੀ ਦੇ ਨਾਲ ਹੀ ਯੂਨੀਫਾਰਮ ਸਿਵਲ ਕੋਡ ਲਾਗੂ ਹੋਵੇ। ਸਿਵਲ ਕੋਡ ਨੂੰ ਸਿਧਾਂਤਕ ਤੌਰ ਤੇ ਸਮਰਥਨ ਹੈ, ਪਰ ਨਾਲ ਹੀ ਉਹਨਾਂ ਨੇ ਕਿਹਾ ਕਿ ਇਸ ਮੁੱਦੇ ਤੇ ਸਾਰੀਆਂ ਪਾਰਟੀਆਂ ਦੇ ਨਾਲ ਪਹਿਲਾਂ ਚਰਚਾ ਕੀਤੀ ਜਾਵੇ, ਸਾਰੀਆਂ ਪਾਰਟੀਆਂ ਦਾ ਪੱਖ ਜਾਣਿਆ ਜਾਵੇ ਕਿ ਆਖਰਕਾਰ ਵੱਖ-ਵੱਖ ਜੋ ਸਿਆਸੀ ਧਿਰਾਂ ਨੇ, ਸਿਆਸੀ ਪਾਰਟੀਆਂ ਨੇ, ਉਹ ਇਸ ਸਿਵਲ ਕੋਡ ਨੂੰ ਕਿਵੇਂ ਵੇਖਦੀਆਂ ਨੇ, ਪਹਿਲਾਂ ਉਹਨਾਂ ਦਾ ਵਿਚਾਰ, ਉਹਨਾਂ ਦਾ ਪੱਖ ਜ਼ਰੂਰ ਜਾਣਿਆ ਜਾਵੇ। ਦਰਅਸਲ ਪ੍ਰਧਾਨ ਮੰਤਰੀ ਮੋਦੀ ਨੇ ਕੱਲ੍ਹ ਕਿਹਾ ਸੀ ਕਿ ਕੁਝ ਪਾਰਟੀਆਂ ਯੂਸੀਸੀ ਨੂੰ ਲੈ ਕੇ ਭਰਮ ਫੈਲਾ ਰਹੀਆਂ ਨੇ। ये समझना होगा कि कौन से राजनीतिक दल उन्हें भड़का करके उनका फायदा लेने के लिए उनको बर्बाद कर रहे हैं। आजकल हम देख रहे हैं कि यूनिफॉर्म सिविल कोड के नाम पर ऐसे लोगों को भड़काने का काम हो रहा है। आप मुझे बताइए, एक घर में परिवार के एक सदस्य के लिए एक कानून हो, परिवार के दूसरे सदस्य के लिए दूसरा कानून हो, तो क्या वो घर चल पाएगा? क्या कभी भी चल पाएगा? क्या फिर ऐसी दोहरी व्यवस्था से देश कैसे चल पाएगा? हमें याद रखना है कि भारत के संविधान में भी नागरिकों के समान अधिकार की बात कही गई है। साथियों, ये लोग हम पर आरोप लगाते हैं, लेकिन सच ये है कि यही लोग मुसलमान करते हैं। खबर ਦਾ ਬਠਿੰਡਾ ਦੇ ਵਿੱਚ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ ਗਿਆ। ਹਸਪਤਾਲ ਦੇ ਪ੍ਰਬੰਧਾਂ ਦਾ ਉਹਨਾਂ ਦੇ ਵੱਲੋਂ ਜਾਇਜ਼ਾ ਲਿਆ ਗਿਆ। ਮਰੀਜ਼ਾਂ ਦੇ ਨਾਲ ਵੀ ਮੰਤਰੀ ਦੇ ਵੱਲੋਂ ਗੱਲਬਾਤ ਕੀਤੀ ਗਈ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਡਾਕਟਰਾਂ ਤੇ ਨਰਸਿੰਗ ਸਟਾਫ ਦੀ ਭਰਤੀ ਕੀਤੀ ਜਾ ਰਹੀ ਹੈ। ਕੇਂਦਰ ਦੇ ਵੱਲੋਂ ਫੰਡ ਰਿਲੀਜ਼ ਨਾ ਹੋਣ ਤੇ ਵੀ ਸਿਹਤ ਮੰਤਰੀ ਦਾ ਬਿਆਨ ਸਾਹਮਣੇ ਆਇਆ। ਉਹਨਾਂ ਦਾ ਕਹਿਣਾ ਹੈ ਕਿ ਕੇਂਦਰ ਦੇ ਵੱਲੋਂ ਫੰਡ ਰਿਲੀਜ਼ ਨਾ ਹੋਣ ਦੇ ਕਾਰਨ ਵਿਕਾਸ ਕਾਰਜਾਂ ਦੇ ਵਿੱਚ ਵੀ ਦੇਰੀ ਹੋ ਰਹੀ ਹੈ। ਤੁਹਾਨੂੰ ਬਠਿੰਡਾ ਦੀਆਂ ਤਸਵੀਰਾਂ ਵਿਖਾ ਰਹੇ ਜਿੱਥੇ ਕਿ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ ਗਿਆ। ਹਸਪਤਾਲ ਦੇ ਵਿੱਚ ਕਿਸ ਤਰ੍ਹਾਂ ਦੇ ਪ੍ਰਬੰਧ ਨੇ, ਇਸ ਨੂੰ ਲੈ ਕੇ ਜਾਇਜ਼ਾ ਲਿਆ ਗਿਆ ਹੈ ਤੇ ਜੋ ਹਸਪਤਾਲ ਦੇ ਵਿੱਚ ਮਰੀਜ਼ ਪਹੁੰਚੇ, ਜੋ ਦਾਖਲ ਸਨ, ਉਹਨਾਂ ਦੇ ਨਾਲ ਵੀ ਸਿਹਤ ਮੰਤਰੀ ਦੇ ਵੱਲੋਂ ਗੱਲਬਾਤ ਕੀਤੀ ਗਈ। ਬੋਲੇ ਕਿ ਪੰਜਾਬ ਸਰਕਾਰ ਦੇ ਵੱਲੋਂ ਡਾਕਟਰਾਂ ਤੇ ਨਰਸਿੰਗ ਸਟਾਫ ਦੀ ਭਰਤੀ ਕੀਤੀ ਜਾ ਰਹੀ ਹੈ। ਉੱਥੇ ਜੋ ਕੇਂਦਰ ਦੇ ਵੱਲੋਂ ਫੰਡ ਰਿਲੀਜ਼ ਅਜੇ ਤੱਕ ਨਹੀਂ ਕੀਤੇ ਗਏ, ਜਿਸ ਨੂੰ ਲੈ ਕੇ ਸਿਹਤ ਮੰਤਰੀ ਦਾ ਵੀ ਬਿਆਨ ਸਾਹਮਣੇ ਆਇਆ। ਉਹਨਾਂ ਦਾ ਕਹਿਣਾ ਹੈ ਕਿ ਕੇਂਦਰ ਦੇ ਵੱਲੋਂ ਫੰਡ ਰਿਲੀਜ਼ ਨਾ ਹੋਣ ਦੇ ਕਾਰਨ ਵਿਕਾਸ ਕਾਰਜਾਂ ਦੇ ਵਿੱਚ ਵੀ ਦੇਰੀ ਹੋ ਰਹੀ ਹੈ।
ਅਸੀਂ ਨਵਾਂ ਕਨਸੈਪਟ ਜਿਹੜਾ ਹੈਗਾ ਪੇਸ਼ੈਂਟ ਫੈਸਿਲਿਟੇਸ਼ਨ ਸੈਂਟਰ ਹੋਣਗੇ। ਜਦੋਂ ਮਰੀਜ਼ ਹਸਪਤਾਲ 'ਚ ਆਏਗਾ, ਚਾਹੇ ਐਮਰਜੈਂਸੀ 'ਚ ਆਵੇ ਜਾਂ ਰੈਗੂਲਰ ਓਪੀਡੀ 'ਚ ਆਵੇ, ਉਹਨੂੰ ਰਿਸੀਵ ਕੀਤਾ ਜਾਏਗਾ। ਉਹਨਾਂ ਦੇ ਬਹਿਣ ਦੀ ਜਗ੍ਹਾ ਹੋਏਗੀ, ਠੰਡਾ ਪਾਣੀ ਪੀਣ ਲਈ ਹੋਏਗਾ ਔਰ ਪੇਸ਼ੈਂਟ ਨੂੰ ਪੁੱਛਿਆ ਜਾਏਗਾ ਕੀ ਤਕਲੀਫ ਹੈ। ਫਿਰ ਸਾਡਾ ਸਟਾਫ ਉਹਨਾਂ ਨੂੰ ਗਾਈਡ ਕਰੇਗਾ। ਉਹ ਜਾ ਕੇ ਉਹਨਾਂ ਦੀ ਪਰਚੀ ਬਣਾ ਕੇ ਡਾਕਟਰ ਦੇ ਕਮਰੇ ਤੱਕ ਛੱਡ ਕੇ ਆਉਣਗੇ ਉਹਨਾਂ ਨੂੰ। ਨਹੀਂ, ਕੋਈ ਡਿਸਪਿਊਟ ਨਹੀਂ ਹੈ ਜੀ। ਦੇਖੋ, ਚਾਹੇ ਆਪਾਂ ਰੂਰਲ ਡਿਵੈਲਪਮੈਂਟ ਫੰਡ ਦੀ ਗੱਲ ਕਰ ਲਈਏ, ਉਹ ਪਿਛਲੀਆਂ ਸਰਕਾਰਾਂ ਨੇ ਮਿਸਯੂਜ਼ ਕੀਤਾ ਹੋਏਗਾ, ਸਾਡੀ ਸਰਕਾਰ ਨੂੰ ਤਾਂ ਮਿਲਿਆ ਨਹੀਂ ਫੰਡ। ਉਹਨਾਂ ਨੇ ਕਿਹਾ ਕਿ ਤੁਸੀਂ ਨਾ ਜੀ ਇਹਦੇ ਵਿੱਚ ਮਤਲਬ ਇੱਕ ਐਕਟ ਬਣਾਓ ਕਿ ਤੁਸੀਂ ਇਸ ਫੰਡ ਨੂੰ ਜਿਹੜਾ ਇਹਦਾ ਮਹੱਤਵ ਹੈ ਉਹਦੇ ਵਾਸਤੇ ਯੂਜ਼ ਕਰੋਗੇ। ਅਸੀਂ ਅਸੈਂਬਲੀ ਦੇ ਵਿੱਚ ਸਪੈਸ਼ਲ ਸੈਸ਼ਨ ਕਰਕੇ ਉਹਦਾ ਸੈਸ਼ਨ ਦੇ ਵਿੱਚ ਮਤਾ ਪਾਸ ਕਰਕੇ ਸਪੈਸ਼ਲੀ ਜਿਹੜਾ ਹੈਗਾ ਸਾਡੇ ਮੁੱਖ ਮੰਤਰੀ ਸਾਹਿਬ ਨੇ ਉਹ ਵੀ ਕਰ ਦਿੱਤਾ। ਹਾਲਾਂਕਿ ਉਹਨਾਂ ਦਾ ਹੱਕ ਨਹੀਂ ਬਣਦਾ, ਉਹਨਾਂ ਦਾ ਗਲਤ ਸੀਗਾ ਉਹਨਾਂ ਦਾ ਕਹਿਣਾ। ਮਤਲਬ ਇਹ ਜਿਹੜਾ ਸਟੇਟ ਦਾ ਫੰਡ ਹੈ, ਸਟੇਟ ਦੀ ਮਰਜ਼ੀ ਹੈ, ਜਿੱਦਾਂ ਮਰਜ਼ੀ ਖਰਚੇ ਹੋ, ਬਟ ਅਸੀਂ ਉਹ ਵੀ ਕਰ ਦਿੱਤਾ ਕਿ ਅਸੀਂ ਉਹਨੂੰ ਪਿੰਡਾਂ ਦੀਆਂ ਮੰਡੀਆਂ, ਪਿੰਡਾਂ ਦੀਆਂ ਸੜਕਾਂ ਵਾਸਤੇ ਵਰਤਾਂਗੇ। ਉਸ ਤੋਂ ਬਾਅਦ ਵੀ ਰਿਲੀਜ਼ ਨਹੀਂ ਕਰਦੇ ਜੀ ਉਹ। ਤੁਸੀਂ ਦੇਖੋ, ਜਿਹੜੀ ਸਾਡੇ ਤੋਂ ਪਹਿਲਾਂ ਦੀ ਸਰਕਾਰ ਸੀ ਉਹਨਾਂ ਨੇ ਵੀ ਇਹਦਾ ਜਿਹੜਾ ਹੈਗਾ ਉਹ ਸਰਬੱਤ ਸਿਹਤ ਬੀਮਾ ਜਿਹੜਾ ਉਹਨਾਂ ਨੇ ਯੋਜਨਾ ਦਾ ਵੀ ਨਾਂ ਉਹ ਰੱਖਿਆ ਹੋਇਆ ਸੀਗਾ। ਉਹਨਾਂ ਨੇ ਵੀ ਜਿਹੜਾ ਉਸ ਵੇਲੇ ਵੀ ਮੁੱਖ ਮੰਤਰੀ ਦੀ, ਉਸ ਤੋਂ ਵੇਲੇ ਬਾਦਲ ਸਾਹਿਬ ਵੇਲੇ ਵੀ, ਜਦੋਂ ਤਾਂ ਉਹ ਸਾਰਾ ਕੁਝ ਕਰਦੇ ਸੀਗੇ। ਅਸੀਂ ਹੁਣ ਜਿਹੜਾ ਸਟੇਟ ਹੈ, ਜੇ 60% ਉਹ ਕਹਿੰਦੇ ਆ 60% ਤਾਂ ਕਰਦੇ ਨਹੀਂ, ਜ਼ਮੀਨ ਸਾਡੀ ਹੈ, 40% ਸਟੇਟ ਵੀ ਕਰਦੀ ਹੈ। ਇਹਨੂੰ ਅਸੀਂ ਕੋ ਬ੍ਰਾਂਡਿੰਗ ਕਹਿੰਦੇ ਆ ਵੀ ਤੁਸੀਂ ਅਸੀਂ ਸਾਰੀਆਂ ਸਟੇਟਸ ਨੇ ਆਪਣਾ ਆਪਣਾ ਨਾਂ ਰੱਖਿਆ ਹੋਇਆ। ਯੂਪੀ ਨੇ ਵੀ ਆਪਣਾ ਨਾਂ ਰੱਖਿਆ ਹੋਇਆ, ਹਰਿਆਣੇ ਵਾਲਿਆਂ ਨੇ ਵੀ ਆਪਣਾ ਲੋਕਲ ਜਿਹੜਾ ਡਾਇਲੈਕਟ ਦੇ ਵਿੱਚ ਨਾਂ ਰੱਖਿਆ ਹੋਇਆ, ਤੇਲੰਗਾਨਾ ਨੇ ਰੱਖਿਆ ਹੋਇਆ। ਉਹਨਾਂ ਨੇ ਫੰਡ ਪੰਜਾਬ ਦਾ ਬੰਦ ਕੀਤਾ, ਜੋ ਕਿ ਗਲਤ ਹੈ, ਗੈਰ ਸੰਵਿਧਾਨਕ ਹੈ ਔਰ ਗੈਰ ਲੋਕਤੰਤਰਿਕ ਵੀ ਹੈ। ਹੁਣ ਸਿੱਧਾ ਰੁਖ ਕਰਦੇ ਹਾਂ ਚੰਡੀਗੜ੍ਹ ਦਾ, ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ। ਸਾਨੂੰ ਇਸ ਗੱਲ ਦਾ ਅਫਸੋਸ ਹੈ ਕਿ ਜਿਹੜੇ ਸਾਡੇ ਪੰਜਾਬ ਦੇ ਗਵਰਨਰ ਔਰ ਚੰਡੀਗੜ੍ਹ ਦੇ ਐਡਮਿਨਿਸਟ੍ਰੇਟਰ ਹੈ, ਉਹਨਾਂ ਨੇ ਜਸਟਿਸ ਤੇ ਕੀ ਦੇਣਾ ਸੀ। ਈਵਨ ਇਸ ਸਾਜ਼ਿਸ਼ ਡਾਇਰੈਕਟ ਔਰ ਇਨਡਾਇਰੈਕਟ ਤਰੀਕੇ ਨਾਲ ਉਹ ਸ਼ਾਮਿਲ ਹੋ ਗਏ ਆ, ਸਹਿਮਤੀ ਦੇ ਰਹੇ ਆ। ਇਹ ਸਭ ਤੋਂ ਵੱਡਾ ਸਵਾਲ ਹੈ। ਪਿਛਲੇ 17 ਸਾਲਾਂ 'ਚ ਕੂੜੇ ਦਾ ਪਹਾੜ ਲਗਾਤਾਰ ਵਧ ਰਿਹਾ। ਆਲੇ ਦੁਆਲੇ ਸਕਿਨ ਦੀਆਂ, ਕੈਂਸਰ ਦੀਆਂ ਬਿਮਾਰੀਆਂ ਫੈਲ ਰਹੀਆਂ। ਜਿਹੜੇ ਉੱਥੇ ਰੈਜ਼ੀਡੈਂਸ਼ੀਅਲ ਏਰੀਆ 'ਚ ਲੋਕ ਰਹਿੰਦੇ ਆ, ਉਹ ਲਗਾਤਾਰ ਪ੍ਰੋਟੈਸਟ ਕਰ ਰਹੇ ਆ। ਆਮ ਆਦਮੀ ਪਾਰਟੀ ਵੀ ਪਿਛਲੇ ਕਈ ਮਹੀਨਿਆਂ ਤੋਂ ਪ੍ਰੋਟੈਸਟ ਕਰ ਰਹੀ ਹੈ। ਇਸ ਦੇ ਬਾਵਜੂਦ ਉਹਨਾਂ ਲੋਕਾਂ ਨੇ, ਜਿਨ੍ਹਾਂ ਨੇ ਪਿਛਲੇ ਲੰਮੇ ਸਮੇਂ ਤੋਂ ਇਸ ਲੁੱਟ-ਖਸੁੱਟ ਦੇ ਹਿੱਸੇਦਾਰ ਰਹੇ ਆ, ਇੱਕ ਟੋਲਾ ਬਣਾ ਕੇ ਨਵਾਂ ਤਰੀਕਾ ਆਜ਼ਾਦ ਕੀਤਾ, ਗੋਆ ਟੂਰ ਲਿਆ ਕੇ, ਸਟੱਡੀ ਟੂਰ, ਔਰ ਫਿਰ ਆਪਣੀ ਹੀ ਫੇਵਰੇਟ ਕਿਸੇ ਕੰਪਨੀ ਨੂੰ ਦੇਣ ਦਾ, ਜਿਹੜਾ ਠੇਕਾ ਦੇਣ ਦਾ, ਇਹ ਕਵਾਇਦ ਕੀਤੀ ਜਾ ਰਹੀ ਹੈ। ਔਰ ਜਿਹੜਾ ਪੈਸਾ ਇਹਦੇ ਤੋਂ ਭਾਜਪਾ ਦੀ ਜੇਬ 'ਚ ਜਾਊਗਾ, ਉਹ ਆਉਣ ਵਾਲੇ ਟਾਈਮ 'ਚ ਇਲੈਕਸ਼ਨਾਂ ਤੇ ਲੋਕ ਖਰਚ ਕਰਨਗੇ। ਇਹ ਇਹਨਾਂ ਦੀ ਸਾਜ਼ਿਸ਼ ਹੈ। ਸੋ ਅਸੀਂ ਇਸ ਟੂਰ ਦਾ ਵੀ ਵਿਰੋਧ ਕਰਦੇ ਹਾਂ ਔਰ ਫਿਰ ਡਿਮਾਂਡ ਕਰਦੇ ਹਾਂ ਕਿ ਪਿਛਲੇ 17 ਸਾਲਾਂ ਦਾ ਹਿਸਾਬ ਕਿਤਾਬ ਰੱਖਿਆ ਜਾਵੇ, ਨਹੀਂ ਤੇ ਆਮ ਆਦਮੀ ਪਾਰਟੀ ਮਾਣਯੋਗ ਅਦਾਲਤਾਂ ਦਾ ਜਿਹੜਾ ਹੈ ਦਰਵਾਜ਼ਾ ਵੀ ਖਟਖਟਾਊਗੀ। ਔਰ ਮੈਂ ਜਿਹੜੇ ਸਾਡੇ ਹਾਊਸ 'ਚ, ਚੰਡੀਗੜ੍ਹ ਕਾਰਪੋਰੇਸ਼ਨ ਹਾਊਸ, ਆਮ ਆਦਮੀ ਪਾਰਟੀ ਦੇ ਲੀਡਰ ਹੈ ਦਮਨਪ੍ਰੀਤ ਜੀ, ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ, ਉਹ ਵੀ ਜਿਹੜੀ ਇਹ ਸਿਚੁਏਸ਼ਨ ਹੈ ਉਹਦੇ ਤੇ ਆਪਣੀ ਗੱਲ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰਨਗੇ। ਦਮਨ ਜੀ, ਸਾਡੇ 11 ਅਫਸਰ ਸਾਹਿਬਾਨ ਜਿਹੜੇ ਕਾਰਪੋਰੇਸ਼ਨ ਦੇ ਉਹ ਸਟੱਡੀ ਟੂਰ ਤੇ ਗਏ ਨੇ, ਔਰ ਜਿਹੜੇ ਹੁਣੀ ਸਾਡੇ ਕੰਗ ਸਾਹਿਬ ਨੇ ਦੱਸਿਆ ਵੀ ਜਿਹੜੇ ਰਾਜਨੀਤਿਕ ਪਾਰਟੀਆਂ ਨਾਲ ਰਿਲੇਸ਼ਨ ਰੱਖਦੇ ਨੇ, ਚਾਹੇ ਉਹ ਕਾਂਗਰਸ ਹੋਵੇ, ਚਾਹੇ ਬੀਜੇਪੀ ਹੋਵੇ। ਮੈਂ ਪਿਛਲੇ ਦਿਨਾਂ 'ਚ ਪਹਿਲਾਂ ਵੀ ਕਿਹਾ ਸੀ, ਇਹ ਸਟੱਡੀ ਟੂਰ ਨਹੀਂ ਹੈਗਾ, ਇਹ ਇੱਕ ਰਿਸ਼ਵਤ ਟੂਰ ਹੈ। ਇਹ ਕਾਂਗਰਸ ਨੂੰ ਲੋਬਿੰਗ ਕੀਤੀ ਜਾ ਰਹੀ ਹੈ। ਕਾਂਗਰਸ ਦੇ ਪਾਰਸ਼ਦਾਂ ਨੂੰ ਕਿਹਾ